पंजाब के 3 ਜ਼ਿਲ੍ਹਿਆਂ ਦੇ ਵਿੱਚ ਇਹ ਸ਼ਰਾਬ ਜਿਹੜੀ ਹੈ ਆਪਣਾ ਤਾਂਡਵ ਕਰ ਰਹੀ ਆ। ਤਾਂ ਅੱਜ ਭਗਵੰਤ ਮਾਨ ਪਹੁੰਚੇ ਨੇ, ਪਹਿਲਾਂ ਤੇ ਤਰਨਤਾਰਨ ਜ਼ਿਲ੍ਹੇ ਵਿੱਚ ਪਹੁੰਚੇ ਸਨ, ਤਾਂ ਹੁਣ ਭਗਵੰਤ ਮਾਨ ਪਹੁੰਚੇ ਨੇ ਮੁੱਛਲ ਪਿੰਡ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ। ਭਗਵੰਤ ਮਾਨ ਸਾਡੇ ਨਾਲ ਮੌਜੂਦ ਨੇ। ਮਾਨ ਸਾਹਿਬ ਕੀ ਕਹਿਣਾ ਚਾਹੁੰਦੇ ਜੇ? ਬੜੀ ਵੱਡੀ ਗੱਲ ਹੈ ਕਿ ਜਿਹੜਾ ਕਿ ਬੜਾ ਸ਼ਰਮਨਾਕ ਤੇ ਦੁਖਦਾਇਕ ਹੌਲਨਾਕ ਸੀਨ ਨੇ ਪਿੰਡਾਂ 'ਚ ਜੀ, ਜਦੋਂ ਸਰਕਾਰਾਂ ਜਿਹੜੀਆਂ ਨੇ ਉਹ ਮੌਤ ਦੀਆਂ ਸੌਦਾਗਰ ਬਣ ਜਾਣ ਤਾਂ ਫਿਰ ਇਸ ਤੋਂ ਵੱਧ ਮਾੜਾ ਨਹੀਂ ਹੋ ਸਕਦਾ। ਲੋਕ ਜਿਹੜੇ ਨੇ ਉਹ ਸ਼ਰੇਆਮ ਲੀਡਰਾਂ ਦਾ, ਉਹਨਾਂ ਦੇ ਪੀਏ, ਉਹਨਾਂ ਦੇ ਚੇਲਿਆਂ ਦਾ ਨਾਮ ਲੈ ਰਹੇ ਨੇ ਜੀ। ਔਰ 70 ਵਿਛਕੇ ਪਿੰਡਾਂ ਦੇ ਵਿੱਚ ਮੈਂ 5 ਪਿੰਡਾਂ 'ਚ ਜਾ ਕੇ ਆਇਆ, ਔਰ ਕਿਸੇ ਪਿੰਡ 'ਚ 11, ਕਿਸੇ 'ਚ 12 ਹਸਪੀਟਲ ਜਾ ਕੇ ਆਇਆ ਤਰਨਤਾਰਨ। ਉੱਥੇ ਮਰੀਜ਼ ਜਿਹੜੇ ਨੇ ਉਹ ਪਹਿਲੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ 25 ਬੰਦੇ ਫੜੇ ਜਾਂਦੇ ਆ, ਗ੍ਰਿਫਤਾਰ ਕੀਤੇ ਜਾਂਦੇ ਆ, ਪਰ ਪਹਿਲੇ ਕਿਹਾ ਜਾਂਦਾ ਕਿ ਪੁਲਿਸ ਵੀ ਪਹੁੰਚਦੀ ਆ ਇੱਥੇ ਪਰ ਛੱਡ ਕੇ ਚਲੀ ਜਾਂਦੀ ਉਸ ਤਰ੍ਹਾਂ ਹੀ। ਸਾਰਾ ਪਤਾ ਹੈ ਜੀ ਇਹਨਾਂ ਨੂੰ। ਇਹ ਤੱਕ ਉਹ ਜਿਹੜੀ ਮੁੱਛਲ ਪਿੰਡ ਵਾਲੀ ਲੇਡੀ ਹੈ ਉਹ ਕਹਿੰਦੀ 15 ਸਾਲ ਤੋਂ ਵੇਚ ਰਹੀ ਹਾਂ। ਉਹ ਤਾਂ ਸਿੱਧਾ ਕਹਿ ਰਹੀ ਹੈ ਮੈਂ ਤਾਂ ਡੀਐਸਪੀ ਨੂੰ, ਐਸਐਚਓ ਨੂੰ ਹਿੱਸਾ ਭੇਜਦੀ ਹਾਂ। ਸੋ ਸਾਰਾ ਕੁਝ ਇਹਨਾਂ ਨੂੰ ਪਤਾ ਹੈ। ਸੋ ਸਾਰਾ ਕੁਝ ਪਤਾ ਹੈ ਤੇ ਹੁਣ ਪੁਲਿਸ ਹੀ ਪੁਲਿਸ ਦੇ ਖਿਲਾਫ ਕਿਵੇਂ ਜਾਂਚ ਕਰ ਲੂਗੀ। ਸੋ ਕਿਤੇ ਨਾ ਕਿਤੇ ਬਾੜ ਹੀ ਖੇਤ ਨੂੰ ਖਾ ਰਹੀ ਹੈ। ਕੈਪਟਨ ਸਾਹਿਬ ਜਿਹੜੇ ਨੇ ਉਹ ਫਾਰਮ ਹਾਊਸ ਚੋਂ ਨਿਕਲਦੇ ਨਹੀਂ। ਹੱਲ ਕਿਸ ਤਰ੍ਹਾਂ ਹੋਏਗਾ? ਦਾਅਵੇ ਕੀਤੇ ਗਏ ਸੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਜੜ੍ਹਾਂ, ਪਰ ਫਿਰ ਨਹੀਂ ਮੰਨੇ ਖਤਮ। ਜੜ੍ਹਾਂ ਅਸਲ 'ਚ ਹੈਗੀਆਂ ਨੇ ਉਹ ਲੀਡਰਾਂ ਦੇ ਘਰਾਂ 'ਚ ਨੇ। ਸਪਰੇਅ ਪੱਤਿਆਂ ਤੇ ਕੀਤੀ ਜਾ ਰਹੀ ਹੈ, ਸਿਉਂਕ ਜੜ੍ਹਾਂ 'ਚ। ਸੋ ਸਪਰੇਅ ਜਿਸ ਤਰ੍ਹਾਂ ਕਿ ਪੱਤਿਆਂ ਤੇ ਕੀਤੀ ਜਾ ਰਹੀ ਹੈ ਤੇ ਸਿਉਂਕ ਜੜ੍ਹਾਂ ਦੇ ਵਿੱਚ। ਮਾਨ ਸਾਹਿਬ ਨੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਨੇ। ਕਾਫੀ ਪਿੰਡਾਂ 'ਚ ਜਾਣਾ ਸੀ, ਕਈ ਪਿੰਡਾਂ 'ਚ ਤਾਂ ਇੱਕੋ ਪਿੰਡ ਦੇ ਵਿੱਚ 4-4 5-5 ਘਰਾਂ 'ਚ ਵੀ ਜਾਣਾ ਪਿਆ। ਵੈਸੇ ਅਸੀਂ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ, ਕਿਉਂਕਿ ਦਰਦ ਇੱਕੋ ਜਿਹਾ ਹੈ ਔਰ ਕਾਰਨ ਵੀ ਇੱਕੋ ਹੀ ਹੈ ਉਹਨਾਂ ਘਰਾਂ 'ਚ 70 ਵਿਛਣ ਦਾ। ਸੋ ਟਾਈਮ ਤੋਂ ਲੇਟ ਹੋਣ ਲਈ ਮੈਂ ਮਾਫੀ ਚਾਹੁੰਦਾ। ਮੈਂ ਪੰਜਾਬੀ 'ਚ ਪਹਿਲਾਂ ਅਪਡੇਟ ਕਰ ਦੇਣਾ, ਬਾਅਦ ਮੈਂ ਹਿੰਦੀ 'ਚ ਵੀ ਕਰ ਦਿੰਦਾ। ਨੈਸ਼ਨਲ ਚੈਨਲ ਹੈਗੇ ਨੇ ਤਾਂ ਦੇਖੋ, ਜਦੋਂ ਸਰਕਾਰਾਂ ਮੌਤ ਦੀਆਂ ਸੌਦਾਗਰ ਬਣ ਜਾਣ ਉਦੋਂ ਫਿਰ ਇਹ ਤੋਂ ਵੱਧ ਦੁਖਦਾਇਕ ਤੇ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋ ਸਕਦੀ। ਲੋਕ ਸ਼ਰੇਆਮ ਨਾਮ ਲੈ ਰਹੇ ਨੇ ਐਮਐਲਏਆਂ ਦੇ ਪੀਏਆਂ ਦੇ, ਜਾਂ ਉਹਨਾਂ ਦੇ ਆਲੇ ਦੁਆਲੇ ਜਿਹੜੇ ਚੇਲੇ ਚਪਟੇ ਨੇ ਉਹਨਾਂ ਦੇ ਨਾਮ ਲੈ ਰਹੇ ਨੇ ਕਿ ਇਹ ਵਿਕਵਾ ਰਹੇ ਨੇ। ਔਰ ਅੱਜ ਤੋਂ ਨਹੀਂ, ਜਿਹੜੀ ਲੇਡੀ ਮੁੱਛਲ ਪਿੰਡ ਦੀ ਜਿਹੜੀ ਲੇਡੀ ਗ੍ਰਿਫਤਾਰ ਕੀਤੀ ਹੈ ਉਹ ਖੁਦ ਕਹਿ ਰਹੀ ਹੈ ਕਿ ਮੈਂ 15 ਸਾਲ ਤੋਂ ਇਹ ਜਿਹੜਾ ਸ਼ਰਾਬ ਨਜਾਇਜ਼ ਦਾ ਮੈਂ ਧੰਦਾ ਕਰਦੀ ਹਾਂ ਤੇ ਮੈਂ ਪੁਲਿਸ ਨੂੰ ਹੇਠੋਂ ਲੈ ਕੇ ਉੱਪਰ ਤੱਕ ਉਹਨਾਂ ਦਾ ਹਿੱਸਾ ਵੀ ਜਿਹੜਾ ਉਹ ਪਹੁੰਚਾਉਣੀ ਆ। ਮੈਂ ਮੁੱਛਲ ਪਿੰਡ ਜਾ ਕੇ ਆਇਆ। ਅੱਜ ਵੀ ਲੋਕ ਕਹਿੰਦੇ ਜੇ ਇਸ ਵਕਤ ਸਾਡੇ ਪਿੰਡ ਦੀ ਤਲਾਸ਼ੀ ਲੈ ਲਈ ਜਾਵੇ ਤਾਂ ਘੱਟੋ ਘੱਟ 1000 ਤੋਂ ਉੱਪਰ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ 1000 ਤੋਂ ਉੱਪਰ ਬੋਤਲ ਅੱਜ ਵੀ ਮਿਲ ਜੂਗੀ। ਹੁਣ ਇਸ ਵਕਤ ਇੱਥੋਂ ਤੱਕ ਲੋਕ ਜਿਹੜੇ ਨੇ ਉਹ ਦੁਖੀ ਨੇ ਤੇ ਇੰਨਾ ਕੁਝ ਲੋਕਾਂ ਨੂੰ ਪਤਾ ਹੈ, ਪੁਲਿਸ ਨੂੰ ਪਹਿਲਾਂ ਪਤਾ ਨਹੀਂ ਲੱਗਿਆ। ਸੋ ਇਹ ਨੈਕਸਸ ਹੈ ਲੀਡਰਾਂ ਦਾ ਪੁਲਿਸ ਦੇ ਨਾਲ ਮਿਲ ਕੇ। ਇਹ ਲੋਕਾਂ ਨੂੰ ਜ਼ਹਿਰ ਵੰਡੀ ਗਈ ਹੈ। ਤਾਰ ਜਿਹੜੇ ਨੇ ਉਹ ਰਾਜਪੁਰੇ ਤੱਕ ਜੁੜੇ ਨੇ। ਰਾਜਪੁਰੇ ਜਿਹੜੀ ਨਜਾਇਜ਼ ਫੈਕਟਰੀ ਫੜੀ ਸੀ ਉਹਦੇ ਤਾਰ ਜਿਹੜੇ ਨੇ ਘਨੌਰ ਦੇ ਐਮਐਲਏ ਨਾਲ ਜੁੜੇ ਹੋਏ ਨੇ। ਜੇ ਕਿਤੇ ਉਦੋਂ ਹੀ ਕਾਰਵਾਈ ਹੋ ਜਾਂਦੀ ਬਣਦੀ ਤਾਂ ਸ਼ਾਇਦ ਅੱਜ ਇਹਨਾਂ ਘਰਾਂ ਦੇ ਵਿੱਚ 70 ਨਾ ਵਿਛਦੇ। ਮੈਂ ਭੁੱਲਰ ਪਿੰਡ 'ਚ ਗਿਆ, ਮੈਂ ਪੰਡੋਰੀ ਗੋਲਾ ਪਿੰਡ ਹੈ। ਉਸ ਤੋਂ ਬਾਅਦ ਮੈਂ ਤਰਨਤਾਰਨ ਦੇ ਸਿਵਲ ਹਸਪੀਟਲ 'ਚ ਗਿਆ। ਜਿਹੜੇ ਬਿਮਾਰ ਨੇ, ਜਿਹੜੇ ਹਜੇ ਕੁਝ ਤਾਂ ਬਹੁਤ ਹੀ ਸੀਰੀਅਸ ਨੇ ਕਿ ਉਹਨਾਂ ਦੀਆਂ ਜਿਹੜੇ ਸਿੰਪਟਮ, ਜਿਹੜੇ ਲੱਛਣ ਜਿਹੜੇ ਇੱਕੋ ਜਿਹੇ ਨੇ। ਪਹਿਲਾਂ ਉਹਨਾਂ ਦੀਆਂ ਅੱਖਾਂ ਤੋਂ ਉਹਨਾਂ ਨੂੰ ਨਜ਼ਰ ਆਉਣਾ ਬੰਦ ਹੁੰਦਾ, ਫਿਰ ਉਸ ਤੋਂ ਬਾਅਦ ਤੜਫ ਕੇ ਉਹਨਾਂ ਦੀ ਮੌਤ ਹੁੰਦੀ ਹੈ। ਸਾਰਿਆਂ ਦੀ ਕਹਾਣੀ ਇੱਕੋ ਜਿਹੀ ਹੈ। ਤੁਸੀਂ ਅੰਮ੍ਰਿਤਸਰ ਦੇ ਮੀਡੀਆ ਵਾਲੇ ਹੋ, ਤੁਹਾਡੇ ਕੈਮਰੇ ਰਾਹੀਂ ਵੱਡੀਆਂ ਰਿਪੋਰਟਾਂ ਗਈਆਂ ਨੇ ਕਿਵੇਂ ਪ੍ਰਾਈਵੇਟ ਲੈਬਸ ਜਿਹੜੀਆਂ ਨੇ ਉਹ ਹਸਪੀਟਲਾਂ ਨਾਲ ਕਿਵੇਂ ਇੱਕ ਨੈਕਸਸ ਬਣਾ ਕੇ ਨੈਗੇਟਿਵ ਨੂੰ ਪੋਜ਼ਿਟਿਵ ਦੱਸ ਕੇ ਬਾਅਦ 'ਚ ਉਹਦਾ ਇਲਾਜ ਦਾ ਪੈਕੇਜ ਲੈ ਕੇ ਪੋਜ਼ਿਟਿਵ ਨੂੰ ਨੈਗੇਟਿਵ ਤੋਂ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਆਪਾਤਾਪੀ ਮੱਚੀ ਹੈ। ਕੋਈ ਕਾਨੂੰਨ ਵਿਵਸਥਾ ਨਾਂ ਦੀ ਚੀਜ਼ ਨਹੀਂ। ਜਿਹਦਾ ਜਿੱਥੇ ਦਾ ਲੱਗਦਾ ਲਾਈ ਜਾਂਦਾ ਹੈ। ਔਰ ਐਸਆਈਟੀ ਬਿਠਾ ਦਿੰਦੇ ਆ ਕੈਪਟਨ ਸਾਹਿਬ। ਨਕਲੀ ਬੀਜਾਂ ਦਾ ਘੁਟਾਲਾ ਹੋਇਆ, ਐਗਰੀਕਲਚਰ ਮਿਨਿਸਟਰੀ ਦੇ ਅੰਡਰ ਹੈ। ਐਗਰੀਕਲਚਰ ਮਿਨਿਸਟਰੀ ਕਿਹਦੇ ਅੰਡਰ ਹੈ? ਕੈਪਟਨ ਸਾਹਿਬ ਦੇ। ਐਸਆਈਟੀ ਬਿਠਾਤੀ, ਕੋਈ ਨਤੀਜਾ ਨਹੀਂ। ਖੰਨੇ ਤੇ ਰਾਜਪੁਰੇ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਜਾਂਦੀਆਂ ਨੇ। ਫੈਕਟਰੀਆਂ ਦਾ ਸੰਬੰਧ ਕਾਂਗਰਸ ਦੇ ਤੇ ਅਕਾਲੀ ਦਲ ਦੇ ਲੀਡਰਾਂ ਨਾਲ ਹੁੰਦਾ ਹੈ। ਐਸਆਈਟੀ ਬਿਠਾ ਦਿੱਤੀ ਜਾਂਦੀ ਹੈ, ਕੋਈ ਨਤੀਜਾ ਨਹੀਂ। ਐਕਸਾਈਜ਼ ਵਿੱਚ ਘੁਟਾਲਾ ਹੁੰਦਾ ਹੈ। ਆ ਇਹਨਾਂ ਦੇ ਆਪਣੇ ਐਮਐਲਏ ਕਹਿੰਦੇ ਨੇ, ਜਿਹੜਾ ਸਾਬਕਾ ਚੀਫ ਸੈਕਟਰੀ ਸੀ ਕਰਨ ਅਵਤਾਰ ਬਾਰੇ, ਕਿ ਤੇਰੀ ਬੇਟੇ ਦੀ ਇੱਥੇ ਹਿੱਸਾ ਆ ਇੰਨਾ ਘਾਟਾ ਪਿਆ। ਐਸਆਈਟੀ ਬਿਠਾ ਦਿੱਤੀ ਜਾਂਦੀ ਹੈ, ਕੋਈ ਨਤੀਜਾ ਨਹੀਂ। ਨਕਲੀ ਜਿਪਸਮ ਖਰੀਦੀ ਹੈ, ਐਸਆਈਟੀ ਬਿਠਾ ਦਿੱਤੀ ਜਾਂਦੀ ਹੈ,
ਕੋਈ ਨਤੀਜਾ ਨਹੀਂ। ਬਰਗਾੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ, SIT ਕੋਈ ਨਤੀਜਾ ਨਹੀਂ। ਆ ਜਿਹੜੀਆਂ ਹੁਣ ਮੌਤਾਂ ਹੋਈਆਂ ਨੇ SIT ਬਿਠਾ ਦਿੱਤੀ ਜਾਂਦੀ ਹੈ, ਕੋਈ ਨਤੀਜਾ ਨਹੀਂ ਨਿਕਲਣਾ। ਇਹ SIT ਗਵਰਨਮੈਂਟ ਹੈ। ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਸੌਦੇ ਕਰ ਰਹੇ ਹੋ। ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਮੈਂ 4 ਹਫ਼ਤਿਆਂ 'ਚ ਨੈਕਸਸ ਤੋੜ ਦੂੰਗਾ। ਕਿਹੜਾ ਨੈਕਸਸ ਤੋੜਤਾ? ਇਹ ਸਪਰੇਅ ਹੁਣ 4 ਕਰਿੰਦੇ ਸਸਪੈਂਡ ਕਰਤੇ, 2 ਅਫਸਰ ਆਬਕਾਰੀ ਦੇ ਸਸਪੈਂਡ ਕਰਤੇ ਹੋਣੇ, ਠੀਕ ਹੈ ਨਾ। ਉਹਦੇ ਨਾਲ ਇਹ ਖਤਮ ਹੋ ਜਾਊਗਾ? ਨੋ, ਇਹ ਕੋਈ ਅੱਜ ਤੋਂ ਨਹੀਂ ਚੱਲ ਰਿਹਾ। ਕੋਈ 5 ਜਾਂ 7 ਦਾ 10 ਬੰਦੇ ਨਹੀਂ ਚਲਾ ਰਹੇ ਸੀ। 3 ਜ਼ਿਲ੍ਹਿਆਂ ਦੇ ਵਿੱਚ 5 ਬੰਦੇ ਵੇਚ ਰਹੇ ਨੇ ਸ਼ਰਾਬ। ਸਾਰਾ ਕੁਝ ਪਤਾ ਹੈ। ਜਦੋਂ MLA ਕਿਸੇ ਹਲਕੇ ਦਾ ਆਪਦੇ SHO ਨੂੰ ਕਹਿੰਦਾ ਕਿ ਤੂੰ ਪਰਸੋਂ ਦਾ ਇੱਥੇ ਆਇਆ ਹੋਇਆ, ਜੁਆਇਨ ਕੀਤਾ, ਤੂੰ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਣ ਕਿਉਂ ਨਹੀਂ ਆਇਆ? ਸਤਿ ਸ੍ਰੀ ਅਕਾਲ ਦਾ ਕੀ ਮਤਲਬ ਹੈ? ਮੈਂ ਵੀ MP ਹਾਂ, ਮੈਂ ਤਾਂ ਕਦੇ ਕਿਸੇ ਮੁਨਸ਼ੀ ਨੂੰ ਵੀ ਨਹੀਂ ਕਿਹਾ ਕਦੇ ਐ ਕਿ ਮੈਂ ਤੂੰ ਨਵਾਂ ਆਇਆ ਤੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜਾ। ਸਤਿ ਸ੍ਰੀ ਅਕਾਲ ਦਾ ਮਤਲਬ ਹੈ ਮੇਰੇ ਨਾਲ ਹਿੱਸਾ ਕਰਕੇ ਜਾ। ਦਿਹਾੜੀ ਤੇ ਪੁਲਿਸ ਰੱਖੀ ਹੋਈ ਇਹਨਾਂ ਨੇ, ਪੁਲਿਸ ਪਰ ਡੇ ਤੇ ਕੰਮ ਕਰ ਰਹੀ ਹੈ। ਕੋਟੇ ਦਿੱਤੇ ਨੇ ਕਿ ਤੁਸੀਂ ਇੰਨੇ ਹਰ ਰੋਜ਼ ਮੈਨੂੰ ਇੰਨੇ ਪੈਸੇ ਦੇਣੇ ਨੇ, ਜਿੱਥੋਂ ਮਰਜ਼ੀ ਲਿਆਓ, ਲੋਕਾਂ ਨੂੰ ਕੁੱਟੋ, ਲੁੱਟੋ, ਜ਼ਹਿਰ ਵੰਡੋ, ਜੋ ਮਰਜ਼ੀ ਕਰੋ, ਸਾਨੂੰ ਨਹੀਂ ਪਤਾ, ਪੈਸੇ ਦਿਓ। ਸੋ ਪਰ ਡੇ ਤੇ ਤਾਂ ਪੁਲਿਸ ਕੰਮ ਕਰ ਰਹੀ ਹੈ। ਫਿਰ ਕਿਵੇਂ ਉਮੀਦ ਬਣ ਜੂਗੀ ਲੋਕਾਂ ਨੂੰ? ਆ ਲੋਕਾਂ ਨੇ ਮੈਨੂੰ ਦੱਸਿਆ ਅੱਜ ਪਿੰਡਾਂ 'ਚ, ਉਹ ਕਹਿੰਦੇ ਜੀ ਅਸੀਂ ਦੱਸ ਦਿੰਦੇ ਹਾਂ ਅੱਜ ਕਿ ਕਿਹੜੇ ਕਿਹੜੇ ਘਰਾਂ 'ਚ ਸਾਡੇ ਸਮੈਕ ਮਿਲਦੀ ਹੈ। ਅਸੀਂ ਉਹਨਾਂ ਨੂੰ ਦੀ ਸ਼ਿਕਾਇਤ ਕਰਕੇ ਆਉਂਦੇ ਹਾਂ, ਥਾਣੇ ਪਹੁੰਚਣ ਤੋਂ ਪਹਿਲਾਂ ਹੀ ਸੌਦਾ ਹੋ ਜਾਂਦਾ। ਅਸੀਂ ਬਾਅਦ 'ਚ ਆਉਂਦੇ ਹਾਂ, ਉਹ ਪਹਿਲਾਂ ਆ ਜਾਂਦੇ ਨੇ ਪਿੰਡ। ਸੋ ਸਭ ਰਲ ਮਿਲ ਕੇ ਕੰਮ ਚੱਲ ਰਿਹਾ। ਇਹ ਨਹੀਂ ਹੈਗਾ ਕਿ ਪੁਲਿਸ ਨੂੰ ਪਤਾ ਨਹੀਂ। ਹੁਣ ਕਿਵੇਂ ਛਾਪੇ ਮਾਰਨ ਲੱਗ ਗਏ? ਅਚਾਨਕ ਕਿਵੇਂ ਪਤਾ ਲੱਗ ਗਿਆ ਉਹਨਾਂ ਨੂੰ ਕਿੱਥੇ ਕਿੱਥੇ ਸ਼ਰਾਬ ਵਿਕਦੀ ਹੈ? ਹੁਣ ਫਾਜ਼ਿਲਕਾ, ਫਰੀਦਕੋਟ ਦੀਆਂ ਖਬਰਾਂ ਆਈ ਜਾਂਦੀਆਂ ਨੇ। ਸੋ ਕੈਪਟਨ ਸਾਹਿਬ ਕਿਰਪਾ ਕਰਕੇ ਪੰਜਾਬੀਆਂ ਦੇ ਖੂਨ ਦਾ ਸੌਦਾ ਨਾ ਕਰੋ, ਪੰਜਾਬੀਆਂ ਦੀ ਜਾਨ ਦੇ ਸੌਦੇ ਨਾ ਕਰੋ। ਲੋਕਾਂ ਨੇ ਤੁਹਾਨੂੰ ਯਕੀਨ ਕਰਕੇ ਵੋਟਾਂ ਪਾਈਆਂ ਸੀ, ਕਿਹੜੇ ਮੂੰਹ ਨਾਲ ਬਾਹਰ ਨਿਕਲੋਗੇ ਤੁਸੀਂ? ਆਹ ਮਾਝੇ ਦੀ ਧਰਤੀ, ਪਵਿੱਤਰ ਧਰਤੀ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿਹੜੀ ਪਹਿਲਾਂ ਛਿੰਝਾਂ ਵਾਸਤੇ ਜਾਣੀ ਜਾਂਦੀ ਸੀ, ਫੌਜ ਦੇ ਜਰਨੈਲਾਂ ਵਾਸਤੇ ਜਾਣੀ ਜਾਂਦੀ ਸੀ, ਫੌਜ 'ਚ ਭਰਤੀ ਹੋਣ ਵਾਲੇ ਨੌਜਵਾਨ ਮੁੰਡਿਆਂ ਕਰਕੇ, ਚੌੜੀਆਂ ਛਾਤੀਆਂ, ਉੱਚੇ ਲੰਮੇ ਕੱਦਾਂ ਕਰਕੇ ਜਾਣੀ ਜਾਂਦੀ ਸੀ। ਅੱਜ ਉਹ ਇਹਨਾਂ ਨੇ ਚਿੱਟੇ ਦੀ, ਸਰਿੰਜਾਂ ਦੀ, ਟੀਕਿਆਂ ਦੀ, ਕੈਪਸੂਲਾਂ ਦੀ ਤੇ ਆ ਜ਼ਹਿਰਾਂ ਦੀ ਧਰਤੀ ਬਣਾ ਕੇ ਰੱਖਦੀ। ਇਹਦੇ ਵਾਸਤੇ ਸਿੱਧਾ ਜ਼ਿੰਮੇਵਾਰ ਕੈਪਟਨ ਸਾਹਿਬ ਨੇ, ਕਿਉਂਕਿ ਕਪਤਾਨ ਦੇ ਹੱਥ 'ਚ ਹੈ। ਕਪਤਾਨ ਤਾਂ ਨਿਕਲਦਾ ਹੀ ਨਹੀਂ ਬਾਹਰ। ਆਪਾ ਤਾਪੀ ਮੱਚੀ ਪਈ ਹੈ। ਉਹ ਮੈਨੂੰ ਹਿੱਸਾ ਦੇ, ਤੂੰ ਮੈਨੂੰ ਹਿੱਸਾ ਦੇ। ਸ਼ਰੇਆਮ ਕਹਿ ਰਹੀ ਆ ਉਹ ਲੇਡੀ ਕਿ ਮੈਂ ਜਿਹੜੀ ਹੈ ਪੁਲਿਸ ਨੂੰ ਪੈਸੇ ਪਹੁੰਚਾਉਣੀ ਆ। ਉਹਨੂੰ ਇੱਕ ਪੁਲਿਸ ਵਾਲੇ ਨੂੰ ਸਸਪੈਂਡ ਕਰਕੇ ਕੰਮ ਹੋ ਜਾਊਗਾ। ਕੈਪਟਨ ਸਾਹਿਬ ਸਪਰੇਅ ਪੱਤਿਆਂ ਤੇ ਕਰ ਰਹੇ ਹੋ, ਸਿਉਂਕ ਜੜ੍ਹਾਂ 'ਚ ਲੱਗੀ ਹੋਈ ਆ। ਤੇ ਬਦਕਿਸਮਤੀ ਨਾਲ ਪੰਜਾਬ ਦੀ ਮਿੱਟੀ ਦੀ ਬਦਕਿਸਮਤੀ ਹੈ ਕਿ ਉਹ ਜਿਹੜੀਆਂ ਜੜ੍ਹਾਂ ਨੇ ਉਹ ਲੀਡਰਾਂ ਦੇ ਘਰਾਂ 'ਚ ਨੇ। ਉੱਥੇ ਜਾ ਕੇ ਸਪਰੇਅ ਕਰੋ। ਤੁਹਾਡੇ ਆਪਦੇ ਨੇਤਾਵਾਂ ਦੇ ਨਾਮ ਆ ਰਹੇ ਨੇ, ਤੁਹਾਡੇ ਆਪਦੇ ਲੀਡਰ ਬੋਲ ਰਹੇ ਨੇ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਪਿੰਡਾਂ ਜਾਣ ਜੋਗੇ ਛੱਡ ਦਿਓ। ਸੋ ਇਸ ਕਰਕੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ, ਸ਼ਹੀਦਾਂ ਦੀ ਧਰਤੀ, ਅੱਜ ਇਹਨਾਂ ਨੇ ਕਤਲਗਾਹ ਬਣਾ ਕੇ ਰੱਖਤੀ। ਅੱਜ ਪੰਜਾਬ ਜਿਹੜਾ ਬਰੂਦ ਦੇ ਢੇਰ ਤੇ ਬੈਠਾ ਹੈ, ਹਰ ਰੋਜ਼ ਚਿੱਟੇ ਨਾਲ ਮੌਤਾਂ, ਆ ਜ਼ਹਿਰਾਂ ਆ ਵੰਡੀਆਂ ਜਾ ਰਹੀਆਂ ਨੇ। ਸੋ ਕੋਈ ਅੱਜ ਤੋਂ ਨਹੀਂ ਚੱਲਿਆ ਇਹ ਕੰਮ, ਬਹੁਤ ਚਿਰ ਪਹਿਲਾਂ ਤੋਂ। ਸੁਖਬੀਰ ਬਾਦਲ ਕਹਿੰਦਾ ਮੇਰਾ ਹਿਰਦਾ ਬਲੂੰਦਰਿਆ ਗਿਆ ਜਦੋਂ ਮੈਂ ਇਕੱਲੇ ਘਰ 'ਚ ਗਿਆ। ਇਹ ਹਿਰਦੇ ਉਦੋਂ ਹੀ ਕੋਈ ਬਲੂੰਦਰੇ ਜਾਂਦੇ ਨੇ ਜਦੋਂ ਵਿਰੋਧੀ ਪਾਰਟੀ 'ਚ ਹੁੰਦੇ ਨੇ। ਤੇ 10 ਸਾਲ ਜਿਹੜਾ ਤੇਰੇ ਰਾਜ 'ਚ ਹੋਇਆ ਬਈ, ਉਦੋਂ ਤੇਰਾ ਹਿਰਦਾ ਕਿੱਧਰ ਗਿਆ ਸੀ? ਵੋਟਾਂ ਲੈਣ ਵੇਲੇ ਹਿਰਦਾ ਹੋਰ ਹੈ, ਸਹੁੰ ਚੁੱਕਣ ਤੋਂ ਬਾਅਦ ਹਿਰਦੇ ਇਹਨਾਂ ਦੇ ਬਦਲ ਜਾਂਦੇ। ਉਦੋਂ ਕਿਉਂ ਨਹੀਂ ਬਲੂੰਦਰੇ ਜਾਂਦੇ ਜਦੋਂ ਤੁਸੀਂ ਲੋਕਾਂ ਦੀਆਂ ਧੀਆਂ ਨੂੰ ਜਿਹੜਾ ਬੱਸਾਂ ਥੱਲੇ ਦੇ ਕੇ ਮਾਰਦੇ ਹੋ ਤੇ 20 ਲੱਖ ਸੌਦਾ ਕਰ ਲੈਂਦੇ ਹੋ? ਉਹ ਬੱਸਾਂ ਤੁਹਾਡੀਆਂ ਹੀ ਨੇ। ਸੋ ਇਸ ਕਰਕੇ ਇਹ ਦੋਨੇ ਆਪਸ 'ਚ ਰਲੇ ਹੋਏ ਨੇ। ਲੋਕ ਸ਼ਰੇਆਮ ਕਹਿੰਦੇ ਨੇ ਜੀ, ਕਹਿੰਦੇ ਵੇਚਣ ਵਾਲੇ ਉਹੀ ਨੇ, ਤਹਾਂ ਵਾਲੇ ਕੋਈ ਪੈਸੇ ਪੂਸੇ ਫੜਨ ਵਾਲੇ ਬਦਲ ਗਏ। ਸਿੱਕੀ ਦੇ ਪੀਏ ਦਾ ਨਾਮ ਲੈ ਰਹੇ ਨੇ ਲੋਕ, ਜਰਮਨਜੀਤਾ ਦਾ ਨਾਮ, ਡੈਣੀ ਦਾ ਨਾਮ ਲੈ ਰਹੇ ਨੇ ਲੋਕ, ਸ਼ਰੇਆਮ ਲੈ ਰਹੇ ਨੇ ਨਾਮ ਕਿ ਸਾਨੂੰ ਧਮਕਾਉਂਦੇ ਵੀ ਨੇ, ਪਰਚੇ ਪਾ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਕਹਿੰਦੇ ਵੀ ਕਰੋਨਾ ਲਿਖ ਦਿਓ ਵੀ ਕਰੋਨਾ ਨਾ ਮਰ ਗਏ। ਇਹ ਕਿਹੜੇ ਕਰੋਨਾ ਚੱਲੇ ਵੀ ਜਿਹੜਾ ਪਹਿਲਾਂ ਅੱਖਾਂ ਤੋਂ ਅੰਨਾ ਕਰਦਾ? ਤੁਸੀਂ ਲੋਕਾਂ ਨੂੰ ਬੁੱਧੂ ਬਣਾਉਂਦੇ ਹੋ। ਤੁਸੀਂ ਚਾਹੁੰਦੇ ਹੋ ਵੀ ਅਸੀਂ ਅੰਕੜੇ ਲੁਕੋ ਲਾਂਗੇ ਇੱਦਾਂ। ਸੋ ਇਸ ਕਰਕੇ ਇਹ ਗੌਰਮੈਂਟ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਮੌਤਾਂ ਦੀ ਗਿਣਤੀ ਹੁਣ 98, ਲੇਟੈਸਟ 98, ਸ਼ਾਇਦ ਆਪਣੀ ਗੱਲ ਕਰਦੇ ਕਰਦੇ ਹੋਰ ਵੀ, ਕਿਉਂਕਿ ਅੱਜ ਮੁੱਛੜ ਪਿੰਡ ਦੇ ਵੀ ਅੱਜ ਕਹਿੰਦੇ 3 ਬੰਦੇ ਸੀ ਜਿਨ੍ਹਾਂ ਨੂੰ ਅਚਾਨਕ ਅੱਖਾਂ ਤੋਂ ਨਜ਼ਰ ਆਉਣੋਂ ਹਟ ਗਿਆ, ਉਹਨਾਂ ਨੂੰ ਵੀ ਲੈ ਗਏ ਹਸਪੀਟਲ 'ਚ। ਸੋ ਆ ਜਿਹੜਾ ਨੈਕਸਸ ਹੈ ਇਹ ਤੋੜਨਾ ਪਊਗਾ। मैं हिंदी दस देना। देखिए, जब सरकारें मौत की सौदागर बन जाएं, जब एक कैप्टन अमरिंदर सिंह एक्साइज में घोटाले हुए, एक्साइज मिनिस्ट्री किसके अंदर है? कैप्टन के अंदर। सो कैप्टन साहब, आपकी अपनी मिनिस्ट्री में ऐसा कुछ हो रहा है तो बाकियों के बारे में हम सोच सकते हैं तो क्या चल रहा होगा।
बंद स्कूलों की आप फीस ले रहे हो, बंद दुकानों के आप बिजली के बिल ले रहे हो, बंद जो लोग अपने घरों में बंद थे उनके यहाँ बिजली के बिल आ गए, खड़ी हुई जो टैक्सियां हैं, टैक्सी गाड़ियां, वो उनको सड़कों पर चलाने के लिए आप पिछले 3 महीने का आप रोड टैक्स मांग रहे हो। तो जी आपने कहाँ पैसा खर्च किया? आप तो प्लाज्मा भी बेचने की तैयारी कर चुके थे। तो मतलब आप कहाँ, हॉस्पिटल की जो कारगुजारी की बात कर रहे हैं आप, तरन तारण के हॉस्पिटल में लाश रखने के लिए जगह नहीं है। लोगों से 500 रुपये 800 रुपये के बर्फ के पैकेट मंगाए जा रहे हैं कि आपके परिजनों की लाश के ऊपर बर्फ रखनी है, और पोस्टमार्टम का 3500 रुपया उनसे चार्ज किया जा रहा है। गरीब लोग हैं सारे। तो मतलब 4 महीने में आपने ये अपडेट किया हॉस्पिटलों को, ये मिशन फतेह का करके ऐसे फोटो खिंचवा ली कैप्टन साहब ने। ऐसे फोटो खिंचवाने से, बोर्ड लगवाने से काम नहीं होता। धरती पे आइए, आप लोगों में उतर के देखिए ना। 3.25 साल हो गए कैप्टन साहब, आंखों से आंख तो मिला के बात करिए लोगों से। आप तो ओथ सेरेमनी के बाद नजर ही नहीं आए। सो इसलिए मैं इसकी, क्योंकि पुलिस अपने खिलाफ ही जांच कैसे करेगी? विजिलेंस किसकी है? वो भी इनकी है, पुलिस की ही हिस्सा है। मैं तो चाहता हूं कि इसके सुप्रीम कोर्ट का सिटिंग जज, हाई कोर्ट का सिटिंग जज, और अगर हो सकता है तो ये सीबीआई को जांच दें। इससे पता चलेगा ना नेक्सस का। नेक्सस आज का नहीं है, ये तो मौतें हो गई तो पता चल गया, वरना हर रोज कितनी मौतें होती थी नहीं पता चलता। ये 20 साल से ये नशा, हाँ लोग खुद कह रहे हैं। सर सिक्की के पीए का नाम ले रहे हैं। एमएलए जो खडूर साहब से, जो गुरु साहब की बेअदबी के नाम पर इस्तीफा दे देता है कि मुझे तो बहुत, मेरे हृदय को चोट लगी है, ठेस पहुंची है। जब लोगों के घर में लाशें बिछती हैं तब उनका हृदय कहाँ जाता है? लोग नाम ले रहे हैं उनका, डैनी का नाम ले रहे हैं, तो कांग्रेस का है। सिर्फ पर्चियां काटने वाले, जब पैसे पकड़ने वाले शख्स बदले हैं और कुछ नहीं बदला। माफिया सेम चल रहा है। रेत माफिया, ट्रांसपोर्ट माफिया, एक्साइज माफिया, सब माफिया सेम चल रहे हैं। सिर्फ और सिर्फ जो लूटने वाले हैं, जिनको पैसे मिलते हैं, उनकी परसेंटेज पहले 70-30 होगी उनकी, अब 30-70 इनकी होगी। और तो क्या, मरने वालों की आंकड़ा बढ़ता जा रहा है। बिल्कुल, हाँ। तो मतलब 100 लोगों की जान चलेगी। गरीब लोग हैं, कम वो। मैं बहुते घरों में जाके आया हूँ। मतलब कई घर तो ऐसे हैं, तरन तारण के एक आदमी की मौत हो गई, उसका जब संस्कार करने गए तो हार्ट अटैक से, सदमे से उसकी वाइफ की शमशान में ही मौत हो गई। 3 बच्चे हैं, किराए पे रहते थे, किराए के मकान में। ना दादा दादी है, ना नाना नानी है, कहाँ जाएंगे अब? एक ऐसा परिवार है जिनके यहाँ वो बच्चा जो है वो मतलब मंद बुद्धि है, ठीक है ना, वो बच्चा नहीं सोच सकता, वो अपनी, जिनको स्पेशल किड बोलते हैं, वो है। 2 बच्चे जो हैं वो, एक बहन मिली, उसका हस्बैंड की डेथ हो गई, मुच्छल गांव में अभी मिली। वो खुद हैंडीकैप्ड है, छोटे छोटे बच्चे हैं। वो कहती जी हमारे यहाँ तो पहले भी मतलब एक दिन छोड़ के खाना बनता था, तो अब हम कहाँ से खाएंगे? 2-2 लाख जो दे रहे हैं, नहीं दे रहे हैं, ऐलान कर रहे हैं। ऐलान, सरकार के ऐलान तो कर्जा माफी के भी थे पूरे किसानों के, सरकार के ऐलान तो घर घर नौकरी के भी थे। हाँ, बड़े ऐलान हुए हैं। तो इसलिए ये सिर्फ ऐलान है। ये तो जो बॉर्डर पे शहीद हुए हैं देश के लिए, उनके परिवारों को नहीं पूछते बाद में। तो ये कहाँ से, ये तो 2-2 लाख का सिर्फ लॉलीपॉप दे रहे हैं ताकि आंकड़े छुप जाएं, जल्दी से जल्दी ये इस केस को लोग भूल जाएं, कोई नया नहीं है जी। हाँ, कहते कोविड-19 से मौत हुई है। सभी के सिम्टम सेम है। सबसे पहले उनकी आंखों की नज़र चलती है, आंखों की नज़र चली जाती है, उनको जो नज़र आना बंद हो जाता है, उसके बाद फिर बॉडी जो है रिएक्ट करती है। बिल्कुल सभी के सिम्टम सेम है। ये कौन सा कोविड है जी जो पहले अंधे करता है लोगों को? असल में ये लोगों को अंधे समझ रहे हैं कि शायद नजर नहीं आता। सर, आप मिले थे हॉस्पिटल में, काफी कम उम्र, 18-20 साल का। हाँ, उसका हाँ, वो तो कह रहा है जी मैं तो। अच्छा, एक और बात, जो कक्का कंडियाला गांव में जिसके घर से या जिस आदमी से लोगों ने ये जहर खरीद कर उसका सेवन किया, उसकी भी मौत हो गई। जो लेडी
मुच्छल गांव में 15 साल से बेच रहे, उसके हस्बैंड की डेथ हो गई, क्योंकि वो तो सिर्फ डीलर है ना, आगे लोगों को सप्लायर, वो तो सिर्फ कोरियर है, यहाँ से माल उठा के यहाँ तक देने वाले। जहर तो कहीं और से आया है ना, इसकी जांच होनी चाहिए ना। और कितना होना चाहिए सर पहले तो 302 का पर्चा होना चाहिए, जो इसमें शामिल हैं, चाहे नेता है चाहे उसका पीए है। ये मर्डर हैं, ये कत्ल हैं, ये मौत नहीं है। जहर बांटा गया है, ये ले लो जहर, और उस जहर बांटने के बाद उनकी मौत हुई है। सबसे पहले तो कत्ल के पर्चे होने चाहिए, फिर उनके रोजगार के प्रबंध करो, क्योंकि कमाऊ थे सभी, जो मोस्टली फैमिलीज के वो अकेले ही कमाऊ थे, वो चले गए। उनके बच्चों की पढ़ाई का जिम्मा सरकार ले। और कैप्टन साहब बाहर आके कुछ बोले तो सही। वो मैंने दो तीन गांव में पूछा कि सरकार से कोई आया आदमी, वो कहते सरकार की बात कर रहे हो, हमारे गांव का सरपंच नहीं आया हमारे संस्कार पे, क्योंकि उन्हीं वही तो एजेंट है उनके, उन्हीं के जरिए तो काम चलता है। तो दिस इज अ वेरी शेमफुल। और ये नेक्सस जो है, ये बहुत बड़ा नेक्सस है। ये कैप्टन साहब 2-3 अफसरों पर कार्रवाई कर रहे हैं। मैं फिर कहता हूं, आज मैं पहले भी मीडिया को बोला है, कैंसर पर आयोडेक्स लगाने से बीमारी ठीक नहीं होती, इसके लिए कीमोथेरेपी की जरूरत होती है। कीमोथेरेपी के लिए पॉलिटिकल विल पावर चाहिए, जो कैप्टन साहब में नहीं है। कैप्टन साहब के अपने मंत्री रंधावा जैसे, और जब लाइव टेलीकास्ट हुआ था विधानसभा में, आपने देखा था कैसे झोली आटकर, ऐसे झोली फैलाकर कह रहे थे कि कैप्टन साहब कार्रवाई कर दो, हम कौन सा मुंह लेकर 2022 में इलेक्शन में जाएंगे। तभी लोग भी कह रहे हैं कि आने दो इनको, देखते हैं। सुखबीर बादल की सिवाय जब उनकी थी सरकार, तब कौन सा कोई, ये पहली मौत है। जब सरकार में आएगी ईमानदार लोगों की सरकार आएगी, जैसे दिल्ली में हुआ है, वो है ना दिल्ली में हम हिंदू की मुसलमान की। तो ये जो ये राजनीति है से मतलब अपनी माँ के जेवर वगैरह बेच के या जमीन बेच के विदेशों का रुख कर रहे हैं। नहीं, ऐसा तो मैं नहीं कहूँगा कि 5 हो, तो उनको सामने आना चाहिए। अमृतसर के लोगों ने उनको बहुत भारी मैंडेट दिया है। अरे यार ये मुद्दा है कोई, एक मिनट यार, लाशों की बात चल रही है, आप सीएम की ओथ ले रहे हो। मैं ये करूँ, ये मुद्दा नहीं है सर। मुद्दा फिलहाल पहली बात तो अगर है उसमें, आप 1 मिनट, यहाँ से कितनी दूर है उनका घर? 2 किलोमीटर उनके घर पे जा सकते हो आप, ये पूछने के लिए? अरे मैं 100 किलोमीटर से, हमारे यहाँ आम लोग हैं, हमारे जो वो नेता बनते हैं, लोगों में से नेता निकलते हैं। अरविंद केजरीवाल IAS ऑफिसर थे, ईमानदार नेता। अगर आप में आना चाहते तो वेलकम करेंगे। सबसे पहले मैं फूलों का बुके दूंगा। मैं तो जब लफ्टर चैलेंज में थे, मेरे तो जज भी रहे हैं वो, ठीक है ना। अब कृपया जो हेडलाइन है ना, वो जो परिवार जो जिनके चीखें निकल रही है ना, उनकी देना, ना कि ये हाँ जी मैं दूंगा फूलों का बुके भगवंत मान, ये मत करना। नहीं अभी देखो, आज ही 3 आज ही गए हैं, मतलब मुच्छल गांव से, और अभी भी लोग जो हैं लगातार आ रहे हैं। मैंने SMO से पूछा था तरन तारण, तो कह रहे जी अभी भी डेड बॉडीज आ रही हैं और बीमार लोग आ रहे हैं। 75 हो गए। देखो ਅਸੀਂ ਪਲਾਜ਼ਮਾ ਦਾ ਮੁੱਦਾ ਚੱਕਿਆ ਤੇ ਫੈਸਲਾ ਵਾਪਸ ਲੈਣਾ ਪਿਆ ਨਾ। ਅਸੀਂ ਇਹ ਨਹੀਂ ਕਰਤਾ, ਅਸੀਂ ਅਗਲੇ ਦਿਨ ਆਪਣਾ ਧਰਨਾ ਵੀ ਪ੍ਰਦਰਸ਼ਨ ਜਿਹੜਾ ਉਹ ਵੀ ਵਾਪਸ ਲੈ ਲਿਆ। ਜੇ ਸਰਕਾਰ फैसला अच्छा कर दिया, ਅਸੀਂ वी आर नॉट क्रिटिक बाई हैबिट, हम कोई आदतन निंदक नहीं है कि हमारी आदत है कि निंदा करते रहेंगे। अगर सरकार अच्छा करती है तो हम सर, सरकार को तो मेरे ख्याल में कुछ घंटे लगने चाहिए। आप दिन की बात कर रहे हैं। अगर सरकार चाहे तो सब आरोपी पकड़े जाएं और जो इनके पीछे नेक्सस है वो पकड़ा जाए, तो अदरवाइज मैं तो पार्लियामेंट अगर चलती है सितंबर में, मैं तो वहां भी मुद्दा उठाऊंगा कि 100 के आसपास तो अभी मौतें हो गई, अभी बढ़ रहा है, तो कोई छोटी मोटी बात नहीं है। ਸੋ ਭਗਵੰਤ ਮਾਨ ਨਾਲ ਖਾਸ ਗੱਲਬਾਤ ਕੀਤੀ ਹੈ। ਉਹਨਾਂ ਵੱਲੋਂ ਖਾਸ ਨਿਸ਼ਾਨੇ ਵੀ ਸਾਧੇ ਗਏ ਨੇ ਕਾਂਗਰਸ ਸਰਕਾਰ ਦੇ ਉੱਤੇ। ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਸਰਕਾਰਾਂ ਚਾਹਣ ਤਾਂ ਪਲਾਂ ਦੇ ਵਿੱਚ ਇਹਨਾਂ ਸਾਰੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਸਕਦੀ ਆ। ਹਸਪਤਾਲਾਂ ਦੀ ਕਾਰਜ ਪ੍ਰਣਾਲੀ ਦੀ ਗੱਲਬਾਤ ਕੀਤੀ ਤੇ ਕਾਰਜ ਪ੍ਰਣਾਲੀ ਵੀ ਜਿਹੜੀ ਆ ਭਗਵੰਤ ਮਾਨ ਵੱਲੋਂ ਖਾਸ ਦੱਸ ਦਿੱਤੀ ਗਈ ਹੈ ਕਿ ਕਾਰਜ ਪ੍ਰਣਾਲੀ ਕਿਸ ਤਰ੍ਹਾਂ ਦੀ ਆ। ਸੋ ਹੁਣ ਦੇਖਣਾ ਹੋਵੇਗਾ ਕਿ ਸਰਕਾਰਾਂ ਵੱਲੋਂ ਕਦੋਂ ਤੱਕ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਂਦਾ ਵਾ, ਜਿਹੜੇ ਕਿ ਇਹ ਸਾਰੇ ਨੈਕਸਸ ਦੇ ਵਿੱਚ ਆਰੋਪੀ ਨੇ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ।